मेल हो दिया कह पे द्वारिया, रख ले वो दीन दयाल परमत बहारिया। भगत वशल तेरा बिरद हर पतत उधारिया, तुझ बिन नाही कोय बिनो मोह सारिया। कर गए हो दयाल सागर संसारिया, असी खते बहुत अंत न पारावार, किरपा करके बख्श ले हो पापी बड़ गुनहगार। हर जियो लेखे वार न आवे, तू बख्श बिलावनहार। लेखे कतै न छुटिए खिन खिन भूलनहार। बख्शनहार बख्श लै नानक पार उतार। गणते गणे नहीं को छूट, काची गागर सर पर फुट। जेता समुद्र सागर नीर भरिया, तेते अवगण हमारे। दया करो किस मेहरु पावो, डूबदे पत्थर तारे। मैं मूर्ख की केतक बात है, कोट पुराधी तरिया रे। गुरु नानक जिन सुनिया पेखिया, से फिर गर्भास न परिया रे। कुचल कठोर कपट कामी, ज्यों जाने त्यों तार स्वामी। तू समरथ सारण जोग तू, राखै अपने कल तार। जाप ताप नेम सुध संजम, नाहि इन विदे छुटकार। गर्त घोर अंध ते काढो, प्रभ नानक नाद रहियार। हों अपराधी गुनहगार, हों बेमुख मंदा। चोर यार जुआर हों, पर कर जो हमदा। निंदक दुष्ट हराम खोर, ठग देश ठगंदा। काम क्रोध मद लोभ मोह अहंकार करंदा। विश्वास काते किरत काण, मैं को न रखंदा। सिमर मरिदा ढाडिया, सतगुर बख्शंदा। कागद लेखा जो करो, कहाँ पुजावो नाथ। अवगण हमारे बख्शिए, माथे तर के हाथ। जहाँ में अमृत ज्ञान है, मानक भगत बैराग। श्री गुरु ग्रंथ साहिब उदद, बंदों पर अनुराग। जहाँ में अमृत ज्ञान, मानक भगत बैराग। श्री गुरु ग्रंथ साहिब उदद, बंदों पर अनुराग। कतक कर्म कमावणे, दोष न काहू जोग। परमेश्वर ते भुलिया, व्यापन सभे रोग। कतक कर्म कमावणे, दोष न काहू जोग। परमेश्वर ते भुलिया, व्यापन सभे रोग। वे मुख होए राम ते, लगन जन्म विजोग। खिन मह कौड़े होए गए, जितड़े माया भोग। विच ना कोई कर सकै, किस थै रोवह रोज। कीता किछु ना होवई,
ਲਿਖਿਆ ਧੁਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲੈ, ਤਾ ਉਤਰਹਿ ਸਭ ਬਿਯੋਗ। ਨਾਨਕ ਕਉ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨ ਸਹੈ ਸਭੇ ਸੋਚ। ਕਤਕ ਕਰਮ ਕਮਾਵਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਪਰਮ ਪੂਜਨ ਮਾਣਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਅਕਾਲ ਪੁਰਖ ਪਰਮਾਤਮਾ ਦੀ ਪਿਆਰੀ ਦੁਲਾਰੀ ਸਾਧ ਸੰਗਤ ਜੀਓ। ਕੱਤਕ ਦਾ ਮਹੀਨਾ ਇਸ ਰਾਹੀਂ ਸੁਭ ਦੇ ਸਾਨੂੰ ਪੰਜਵੇਂ ਪਾਤਸ਼ਾਹ ਬਖਸ਼ ਰਹੇ ਹਨ, ਜਿਨ੍ਹਾਂ ਨੇ ਸਾਡੀ ਕਲਿਆਣ ਕਰਨ ਵਾਸਤੇ ਨਿਰਗੁਣ ਦੇ ਸਰੂਪ ਧਾਰ ਕੇ ਜੀਆਂ ਦਾ ਭਲਾ ਕਰਨ ਵਾਸਤੇ ਮੁਕਤੀ ਕਰਨ ਦੇ ਗੁਰਬਾਣੀ ਦੀ ਬਖਸ਼ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸਾਨੂੰ ਅੱਜ ਦੇ ਜਿਹੜੇ ਮਹੀਨੇ ਕੱਤਕ ਦੇ ਰਾਹੀਂ ਸਿੱਖਿਆ ਦੇ ਰਹੇ ਹਨ। ਕੱਤਾ ਅਤੇ ਪੋਹ, ਇਹਨਾਂ ਦੋਏ ਮਹੀਨਿਆਂ ਨੂੰ ਸੰਸਾਰੀ ਲੋਕਾਂ ਨੇ ਕੋ ਮਾੜਾ ਮੰਨਿਆ। ਅੱਜ ਚੜ੍ਹੇ ਮਹੀਨੇ ਇਹਦੇ ਵਿੱਚ, ਪੋਹ ਦੇ ਮਹੀਨੇ ਵਿੱਚ ਜੇ ਬੱਚਾ ਮੁੰਡਾ ਵੀ ਹੋ ਜਾਵੇ, ਉਹ ਕਹਿੰਦੇ ਕੱਤਕ ਦਾ ਜੰਮਿਆ ਹੋਇਆ ਹੈ, ਇਹ ਤਾਂ ਪਿਓ ਦਾ ਜੰਮਿਆ ਹੋਇਆ, ਪੋਹ ਦਾ। ਭਰਮ ਭਾਰਤੀ ਬ੍ਰਹਮ ਭਰਮ ਨੂੰ ਕੱਢਣ ਵਾਸਤੇ ਇਹਨਾਂ ਨੂੰ ਸਤਿਗੁਰੂ ਦੋਏ ਮਹੀਨਿਆਂ ਨੇ ਵਡਿਆਇਆ ਹੈ। ਜਿਹੜਾ ਮਹੀਨਾ ਕੱਤਕ ਦੇ ਮਹੀਨੇ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਪ੍ਰਗਟ ਹੋਏ ਹਨ, ਆਪ ਕਿਰਪਾ ਕੀਤੀ ਹੈ ਜਗਤ ਲੰਦੇ ਨੂੰ ਠਾਰਨ ਵਾਸਤੇ। ਪੋਹ ਦੇ ਮਹੀਨੇ ਵਿੱਚ ਆਪਣਾ 10ਵਾਂ ਜਾਮਾ ਕਲਗੀਧਰ ਜੀ ਅਵਤਾਰ ਹੋਏ ਹੈ। ਆਪ ਦਾ ਬਿਰਧ ਹੈ, ਨੇਚੈ ਊਚ ਕਰੇ ਮੇਰਾ ਗੋਬਿੰਦ। ਇਹਨਾਂ ਮਹੀਨਿਆਂ ਨੂੰ ਸਮੂਹ ਵਡਿਆਇਆ ਹੈ। ਕਤ ਕਰਮ ਕਮਾਵਣੇ। ਕਤਕ ਹੁੰਦਾ ਕਤਨਾ, ਜਿਵੇਂ ਸੂਤ ਕੱਤਦਾ, ਭਾਵ ਕਿਰਿਆ ਵਾਚ ਕੰਮ। ਜੋ ਜੀਵ ਚੰਗੇ ਮਾੜੇ ਕੰਮ ਕਰੇ, ਕਤਕ ਦਾ ਮਹੀਨਾ ਹੈ। ਕਤਕ ਆ ਮਹੀਨੇ ਜਿਹੜੇ ਕਰਮ ਕਰਨੇ, 5 ਪ੍ਰਕਾਰ ਦਾ ਕਰਮ ਹੈ। ਨਿਤ ਨਿਵਿਤ ਕਾਮਕ ਨਖੇਦ ਪਰਾਸ਼ਤ, 5 ਪ੍ਰਕਾਰ ਦਾ ਕਰਮ ਹੈ। ਨਿਤ ਕਰਮ, ਜਿਵੇਂ ਆਪਾਂ ਰੱਬ ਦੀ ਕਿਰਪਾ ਨਾਲ ਸੰਗਤ ਕਰਨ ਵਾਲੇ ਨਿਤ ਇਸ਼ਨਾਨ ਕਰਦੇ, ਨਿਤਾ ਵਰਤੇ। ਨਿਮਿਤ ਕਿਸੇ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਕੋਈ ਸਹਿਜ ਪਾਠ ਵਿਆਹ ਸ਼ਾਦੀ ਦੇ ਯੋਗ ਯੱਗ ਕਰਨ ਨੂੰ ਜਗਾਦ ਕਰਦੇ ਹਨ। ਨਿਮਿਤ ਨੂੰ ਲੈ ਕੇ ਕਾਮਕ ਕਾਮਨਾ ਲੈ ਕੇ, ਕਿਸੇ ਮੁੰਡੇ ਆਦਿ ਦੀ ਇੱਛਾ ਲੈ ਕੇ ਉਹਦੇ ਨਿਮਿਤ ਨੂੰ ਕੋਈ ਕੰਮ ਪੁੰਨ ਦਾਨ ਕਰਨਾ। ਨਖੇਦ ਨਖਿਦ ਬ੍ਰਹਮਣ ਕੈ ਲੇ ਘਾਤ ਕਾ, ਅਨਚਾਰੀ ਕਾ ਤਾਨ, ਫਿਰ ਸਦਾ ਸਦਾ ਮਾਨ। ਗਊ ਮਾਰਤੀ ਤੇ ਹੋਏ, ਕੰਨਿਆ ਕੁੜੀ ਮਾਰ ਦਿੱਤੀ ਹੋਏ, ਦੇ ਪਾਪ ਹਨ। ਕਿਸੇ ਬ੍ਰਾਹਮਣ ਬ੍ਰਹਮ ਗਿਆਨੀ ਤੱਤ ਵਿੱਚ ਨੂੰ ਮਾਰ ਦੇਣਾ, ਇਹ ਦੇ ਪਾਪ ਹਨ। ਜਾ ਕੇ ਰਹਿਤ ਨ ਜਾਣੀਏ, ਗੁਰ ਮੰਤਰ ਨਹੀਂ ਚੇਤ, ਤਾ ਕਾ ਭੋਜਨ ਖਾਏ ਕੈ ਬਿਸਰੈ, ਪ੍ਰਭ ਸੋ ਪ੍ਰੀਤ। ਸਰਲ ਪੱਖੀ ਦਾ ਖਾਈ ਜਾਣਾ।
ਇਹ ਦਿਵ ਪਾਪ ਹਨ। ਕਤ ਕਰਮ ਕਮਾਵਣੇ, ਕੱਤੇ ਦੇ ਮਹੀਨੇ ਜਿਹੜੇ ਕਰਮ ਜੀਵ ਕਰ ਰਿਹਾ ਹੈ, ਦੋਸ ਨਾ ਕਾਹੂ ਯੋਗ। ਕਿਸੇ ਨੂੰ ਦੋਸ਼ ਦੇਣਾ ਕਿ ਅਮਕੇ ਨੇ ਇਉਂ ਕਰਾਤਾ, ਭਰਾ ਨੇ ਖੂਨ ਕਰਾਤਾ, ਅਮਲੀ ਬਣਾਤਾ, ਇਉਂ ਹੈ। ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮ ਆਪਣਿਆਂ। ਜੋ ਮੈਂ ਕਿਹਾ ਸੋ ਦੋਸ਼ ਨ ਦਿਜੈ ਆਵਰਜਣਾ। ਇਹ ਤਾਂ ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਦੁੱਖ ਸੁਖ ਪੁਰ ਜਾਣ ਕੇ ਕੀਏ, ਸੋ ਜਾਣਾ ਜਿਹੜੀ ਦਾਤਾ ਦੀ ਹੈ। ਉਲਟ ਪੁਲਟ ਕਰਮ ਕਰਕੇ ਫਿਰ ਦੋਸ਼ ਨਹੀਂ ਦੇਣਾ ਚਾਹੀਦਾ। ਕਿਸੇ ਨੂੰ ਆਮ ਕੇ ਨਹੀਂ ਇਉਂ ਕਰਾਤਾ, ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ। ਮੈਨੂੰ ਅਮਲੀ ਬਣਾਤਾ, ਇਉਂ ਕਰਤਾ, ਕਿਉਂ ਲੱਗਦੇ ਹੈ, ਕਿਉਂ ਫਲਦੇ ਹੈ। ਅਮਲ ਇੱਕ ਜੇਲ੍ਹ ਹੈ, ਫਸਿਆ ਹੋਇਆ ਜੀਵ ਸਾਰੀ ਉਮਰ ਨਿਕਲ ਨਹੀਂ ਸਕਦਾ। ਅਮਲ ਡਰਾਉਂਦਾ ਹੈ, ਨਾ ਵਰਤੂਗਾ ਦੇਖ ਲੈ। ਜਿਵੇਂ ਟਾਇਰ ਵਿੱਚ ਹਵਾ ਨਿਕਲੇ, ਇਹੋ ਜਿਹਾ ਸਰੀਰ ਬਣ ਜਾਂਦਾ, ਖਾਧੇ ਬਗੈਰ ਚੱਲਦਾ ਹੀ ਨਹੀਂ। ਕਈਆਂ ਨੇ ਜਾਇਦਾਦਾਂ ਫੂਕਤੀਆਂ, ਬੱਚੇ ਦੇਖੇ ਨਹੀਂ ਪਹਿਲਾਂ ਕਿ ਸਾਡੇ ਬੱਚੇ ਕੀ ਸੂਆ ਡਾਰੇ ਕਰਦੇ ਕੀ ਹਨ। ਪਤਾ ਲੱਗਿਆ ਪੂਰੇ ਅੰਬਲੀਆ, ਚਿੱਟਾ ਵੀ ਖਾਂਦੇ, ਸਾਰੇ ਕੁਝ ਖਾਂਦੇ, ਫਿੰਮਾਂ ਚੱਲ ਰਹੀ ਜ਼ਮੀਨਾਂ, ਕਦੇ 1.5 ਕਿੱਲਾ ਰੱਖते, 2 ਕਿੱਲੇ ਰੱਖते। ਬਰਬਾਦੀ ਹੋ ਰਹੀ ਹੈ। ਆਪਾਂ ਕੁਝ ਬੱਚਿਆਂ ਵੱਲ ਖਿਆਲ ਦੋ। ਸਿੱਖ ਨਹੀਂ ਮਿਲੇ ਵह पर चर्चा करे पर, ਭਜਨ ਸਿਖਾਵੇ ਪੁੱਤਰ ਕੋ ਹਰ ਭਜ ਬਾਰੰਬਾਰ। ਬੱਚਿਆਂ ਦਾ ਖਿਆਲ ਕਰੋ। ਬੱਚੇ ਸਾਡੇ ਬਹੁਤ ਨਿੱਘਰ ਗਏ। ਉਦੋਂ ਹੀ ਪਤਾ ਲੱਗਦਾ ਵੀ ਤਾਂ ਪੂਰਾ ਲੱਗ ਗਿਆ। ਹੁਣ ਲੜਦਾ ਕਰਦਾ, ਕੋਈ ਭਾਂਡੇ ਭੰਨਦਾ। ਦੋਸ਼ ਨਾ ਕਾਹੂ, ਜੋ ਕਿਸੇ ਨੂੰ ਦੋਸ਼ ਨਾ ਦਿਓ। ਦੋਸ਼ ਆਪਣੇ ਕਰਮਾਂ ਦਾ। ਕਿਉਂ ਕਰਦੇ हैं, क्यों अवले फसाते हैं, क्यों माड़े कर्म करते हैं। किसी को दोष देना ठीक नहीं। दोष और ते ठिकाना। मनुष्य दिल दिमाग दिता रब ने, विचार बख्शी है। समझो तो गुरु ग्रंथ काल को बाणी सूरज पर साढ़े बड़ी सेध है। धर्म ग्रंथों की संगत है। जान बुझ के खोह च डिगना, पाए कुहाड़ा मारिया गाफला अपने हाथ, बहुत डुब रहे हैं। जेड़े नौजवान गलत सैटियां, किनों दोष देना, जमीन खत्म हो रही है। इते उते प्रकर्म है, प्रकर्म बड़ा तकड़ा। भी दोष ना दिओ। साडे किते कर्म का फल वरदाता असीं भुल जाते हैं। पर जिहड़ा फल वरदाता ना, वो तो नहीं भुलदा। अजे तां पाप करके मैं हे जा, मैं पाप करदा। पर जिन्हें फल देना वो तो उहदे याद है। कदे आपां कल्ले जे होके बैठ के देखिए ना, बैठ के कल्ले जे होके कहाँ तो सारा को पता लगता है। मैं बाल कबाता विच आ किता, जवानी विच आ किता, उल्ट काम किते, बकार किते, इउं किता है, आ काम माड़ा किता है। यही फरिश्ता है साडा रीदा। ये पाप उकरे जा रहे हैं। पाप कमावदा तेरा कोई नहीं। बेली राम
ਜੇ ਪਾਪ ਕਰਨ ਤੋਂ ਸਕੋਚ ਕਰਾਂਗੇ, ਪਰਉਪਕਾਰ ਕਰਾਂਗੇ, ਚੰਗੇ ਗੁਣ ਗ੍ਰਹਿਣ ਕਰਾਂਗੇ, ਸੰਪਤਾ ਦੈਵੀ ਗੁਣ ਗ੍ਰਹਿਣ ਕਰਾਂਗੇ, ਆਸਰੇ ਨੂੰ ਕੱਢਾਂਗੇ, ਧਰਮ ਰਾਏ ਦਰ ਕਰ ਜਾ ਨਾਲ ਲੇਖਾ ਸਮਝਾ। ਇਹ ਤਾਂ ਉੱਤੇ ਪ੍ਰਕਰਨ ਹੈ ਮਹਾਭਾਰਤ ਵਿੱਚ। ਜਿਵੇਂ ਕਿ ਧ੍ਰਿਸ਼ਟਰਾਸ਼ਟਰ ਹੋਇਆ ਹੈ, ਆ ਕਾਰਵਾਂ ਦਾ ਪਿਓ ਦੁਰਯੋਧਨ ਦਾ, ਇਸ ਨੇ ਵਿਆਸ ਦੇ ਕੋਲ ਰਿਖੀ ਕੋਲ ਪ੍ਰਸ਼ਨ ਕੀਤਾ, ਧਰਮਾਤਮਾ ਜੀ ਗੱਲ ਐਸੀ ਹੋ ਰਹੀ ਹੈ, ਮੈਨੂੰ ਪਿਛਲੇ 103 ਜਨਮਾਂ ਤੱਕ ਗਿਆਨ ਹੈ, ਪਤਾ ਹੈ, ਮੈਂ ਕੋਈ ਇਹੋ ਜਿਹਾ ਕਰਮ ਕੀਤਾ ਨਹੀਂ, ਪਰ ਅਫਸੋਸ ਦੀ ਗੱਲ ਹੈ ਮੇਰਾ 100 ਮੁੰਡਾ ਜੰਗ ਵਿੱਚ ਮਾਰਤਾ ਪਾਂਡਵਾਂ ਨੇ, ਮੈਂ ਜਮਾਂਦਰੂ ਅੰਨਾ ਜੰਮ ਪਿਆ। ਮਾਂ ਪਿਓ ਦੇ ਸਾਹਮਣੇ ਬੱਚੇ ਦਾ ਮਰਨਾ ਇਹ ਗੱਲ ਠੀਕ ਨਹੀਂ ਹੈ। ਵਿਆਸ ਨੇ ਆਖਿਆ ਰਿਸ਼ੀ ਨੇ, ਕਹਿੰਦੇ ਇਹ ਗੱਲ ਤਾਂ ਕ੍ਰਿਸ਼ਨ ਭਗਵਾਨ ਜੀ ਨੂੰ ਪੁੱਛਣੀ ਚਾਹੀਦੀ ਹੈ, ਉਹ ਗਿਆਨਵਾਨ ਹੈ, ਉਹਨਾਂ ਨੂੰ ਸਮਝ ਸੂਝ ਹੈ ਗਿਆਨ ਕਰਕੇ। ਕਹਿੰਦੇ ਜੀ ਕ੍ਰਿਸ਼ਨ ਭਗਵਾਨ ਜੀ ਧ੍ਰਿਸ਼ਟਰਾਸ਼ਟਰ ਕੋਈ ਸਵਾਲ ਪੁੱਛਣਾ ਚਾਹੁੰਦਾ ਹੈ। ਕਹਿੰਦਾ ਕੋਈ ਨਹੀਂ, ਲਿਆਓ ਪੁੱਛ ਲਵੇ। ਚਲਿਆ ਗਿਆ। ਕ੍ਰਿਸ਼ਨ ਭਗਵਾਨ ਜੀ ਦੱਸੋ ਜੀ। ਕਹਿੰਦੇ ਮੈਂ ਜਮਾਂਦਰੂ ਅੰਨਾ ਜੰਮਿਆ, 100 ਬੱਚਾ ਮੇਰੇ ਹੁੰਦਿਆਂ ਮਰ ਗਿਆ। ਇਹ ਕੀ ਗੱਲ ਹੈ? ਇਹ ਮੈਂ 103 ਜਨਮਾਂ ਤੱਕ ਮੈਨੂੰ ਪਤਾ, 100 ਜਨਮਾਂ ਦਾ ਗਿਆਨ ਮਾਂ ਦੇ ਹਰੇਕ ਬੱਚੇ ਨੂੰ ਹੁੰਦਾ ਪ੍ਰੋਖ ਕਰਕੇ। ਕਹਿੰਦੇ ਧ੍ਰਿਸ਼ਟਰਾਸ਼ਟਰ ਜੀ, ਜਿਹੜਾ ਤੇਰਾ ਪਿਛਲਾ 107ਵਾਂ ਜਨਮ ਹੈ ਨਾ, ਉਹਦਾ ਤੁਹਾਨੂੰ ਪਤਾ ਕਿ ਕੁਝ ਕੀਤਾ? ਕਦੇ ਨਹੀਂ ਜੀ। 107ਵੇਂ ਪਿਛਲੇ ਜਨਮ ਵਿੱਚ ਤੂੰ ਰਾਜਾ ਸੀ, ਸਕਾਰ ਕਰਨ ਦਾ ਆਦੀ ਬਣ ਗਿਆ, ਸੁਭਾਅ ਬਣ ਗਿਆ। ਝੜੀ ਵਰਖਾ ਲੱਗ ਗਈ, ਸ਼ਿਕਾਰ ਕਰਨ ਵਾਸਤੇ ਜਾ ਨਹੀਂ ਸਕਦਾ। ਰਸੋਈ ਨੂੰ ਅੱਖ ਲੱਗਿਆ ਵੀ ਮੈਂ ਤਾਂ ਮਾਂ ਤੋਂ ਬਗੈਰ ਰਹਿ ਨਹੀਂ ਸਕਦਾ। ਕੁਝ ਕਿਵੇਂ ਹੋ ਸਕਦਾ? ਮੈਨੂੰ ਮਾਸ ਖਲਾ ਤੇਰੇ ਲਾਂਗਰੀ ਨੇ, ਤੇਰੇ ਮਹਿਲਾਂ ਦੇ ਕਮਰੇ ਵਿੱਚ ਖਾਂਸਾਂ ਨੇ ਬੱਚੇ ਦਿੱਤੇ ਸਨ। ਉਹ 100 ਦਿਨ ਵਿੱਚ ਤੈਨੂੰ ਖਿਲਾਤੇ। 100 ਦਿਨ ਵਿੱਚ ਉਹ ਆਏ, ਦੇਖਿਆ, ਉਹ ਬੜਾ ਅਫਸੋਸ ਹੈ, ਸਾਡੇ ਬੱਚੇ ਤਾਂ ਰਾਜੇ ਨੇ ਖਾ ਲਏ ਨੇ। ਉਹਨਾਂ ਨੇ ਬਦ ਦੁਆ ਦੇਤੀ। ਕਹਿੰਦੇ ਜਿਸ ਨੇ ਸਾਡੇ ਆਪ ਬੱਚੇ ਖਾਧੇ ਹੈ, ਉਹਦੇ ਬੱਚੇ ਨਾਸ ਹੋ ਜਾਣ। ਆ ਤੇਰਾ ਗੁਨਾਹ ਨਹੀਂ, ਉਹਨਾਂ ਦੇ ਬੱਚੇ ਖਾਧੇ ਹੈ ਤਾਂ ਤੇਰੇ ਬੱਚੇ ਮਰ ਗਏ। ਕਹਿੰਦੇ ਜਮਾਂਦਰੂ ਅੰਨਾ 107ਵੇਂ ਜਨਮ ਵਿੱਚ ਤੂੰ ਬਾਹਰ ਤੁਰ ਪੈ ਰਿਹਾ ਸੀ, ਸੂਲ ਤੋੜੀ, ਅੱਖ ਦਾ ਟੇਡਾ ਹੁੰਦਾ ਉਹਦੇ ਨੇਤਰ ਬਿੰਦ ਤੇ ਸੂਲ ਨਾਲ, ਤਾਂ ਤੂੰ ਅੰਨਾ ਹੋਇਆ ਹੈ। ਸੁਣ ਕੇ ਬਹੁਤ ਬਸ਼ਰਮ ਜਿਹਾ ਹੋਇਆ। ਉਹ ਕਹਿੰਦੇ ਫਿਰ ਗੱਲ ਕੀ ਹੈ? ਇੰਨੇ ਮੇਰੇ ਗਲਤ ਮਾੜੇ ਕੰਮ ਸੀ, ਪਾਪ ਸੀ, ਮੈਨੂੰ ਅੱਗੇ ਕਿਉਂ ਨਹੀਂ ਸਜ਼ਾ ਮਿਲੀ? ਕ੍ਰਿਸ਼ਨ ਭਗਵਾਨ ਆਖ ਲਗੇ ਜਿਵੇਂ ਕੋਈ ਡਾਢਾ ਤਕੜਾ ਹੋਵੇ ਨਾ, ਜ਼ਬਰਦਸਤ ਬੰਦਾ, ਧੱਕੇ ਮਾਰਨ ਵਾਲਾ,
ਉਹ ਕਮਜ਼ੋਰੇ ਬੰਦਾ ਨੂੰ ਸੱਜੇ ਖੱਬੇ ਕਰਕੇ ਆਪ ਪਹਿਲਾਂ ਟਿਕਟ ਲੈਂਦਾ ਹੈ। ਤੇਰੇ ਪਾਪ ਤਕੜੇ ਸੀ ਨਾ ਪੁੰਨ ਤਕੜੇ ਸੀ। ਤੇਰੇ ਪੁੰਨਾਂ ਨੇ ਉਹਨਾਂ ਪਾਪਾਂ ਨੂੰ ਪਿਛਾਂ ਧੱਕੀ ਗਏ। ਫਲ ਭੋਗਣ ਦਾ ਟਾਈਮ ਪਾਪਾਂ ਦਾ ਦੇ ਨਹੀਂ ਦਿੱਤਾ ਪੁੰਨਾਂ ਨੇ। ਹੁਣ ਤਾਂ ਬਹੁਤ ਪੂਰਾ ਸੋਚਿਆ ਸੀ। ਪਾਂਡਵਾਂ ਨੂੰ ਨਿਰਦੋਸ਼ਾਂ ਨੂੰ ਨਾਲੇ ਤਾਂ ਬਨਵਾਸ ਨਾਲੇ ਨਾਗ ਮੰਦਰ ਪਾ ਕੇ ਨਾਸ ਕਰਨ ਦਾ ਭੈੜਾ ਦੋਸ਼ ਖੱਟਣ ਲੱਗਿਆ ਸੀ। ਉਸ ਕਰਕੇ ਤੇਰੇ ਸਾਰੇ ਪੁੰਨ ਖਤਮ ਹੋ ਗਏ, ਪਿਛਾ ਪੈ ਗਏ। ਹੁਣ ਇੱਕ ਤੇਰਾ ਪੁੰਨ ਰਿਹਾ ਹੀ ਨਹੀਂ। ਇਹ ਗੱਲ ਸੁਣ ਕੇ ਅਫਸੋਸ ਕਰਦਾ ਹੋਇਆ ਵਿਦਰ ਭਗਤ ਜੀ ਦੇ ਨਾਲ ਵਿਦਰਪੁਰੀ ਨਾਲ ਚਲ ਗਿਆ। ਉੱਥੇ ਨਾ ਕਲਿਆਣਪੁਰੀ ਹੈ ਵਿਦਰ ਭਗਤ ਦੇ ਏਰੀਏ ਵਿੱਚ। ਵਿਦਰ ਭਗਤ ਤੋਂ ਕਥਾ ਵਿਚਾਰ ਸੁਣਦਾ ਰਿਹਾ। ਆਪਣੇ ਦੋਸਤਾਂ ਨੂੰ ਬਖਸ਼ਾਉਣ ਵਾਸਤੇ ਅਖੀਰ ਨੂੰ ਉੱਥੇ ਬੜਾ ਜਪ ਕਰਦਾ ਰਿਹਾ ਹੈ। ਇਸ ਤਰ੍ਹਾਂ ਕਿਸੇ ਨੂੰ ਦੋਸ਼ ਨਾ ਦਿਓ। ਬੱਚੇ ਖਾਧੇ ਹੈ, ਢਿੱਡ ਪਰੋਤ ਪਿੰਨੇ ਹੈ ਅਤੇ ਨਿਰਦੋਸ਼ਿਆਂ ਨੂੰ ਪਾਂਡਵਾਂ ਨੂੰ ਅੱਗ ਹੁੰਦੇ ਲਾਖ ਇਹੋ ਜਿਹਾ ਮੰਦਰ ਪਾ ਕੇ ਮਾਰਨਾ ਚਾਹੁੰਦਾ, ਉਹ ਪਾਪ ਲੱਗਦਾ ਹੀ ਲੱਗਦਾ ਹੈ। ਇਸ ਤਰ੍ਹਾਂ ਦੱਦਾ ਦੋਸ਼ ਨਾ ਦਿਓ, ਕਿਸੇ ਹੋਰਾਂ ਨੂੰ ਦੋਸ਼ ਨਾ ਦਿਓ। ਜਿਵੇਂ ਇੱਕ ਧਨਾਰ ਨੇ ਤਲਾਬ ਲਾ ਲਿਆ, ਤਲਾਬ ਲਾਉਂਦਾ ਤੁਰਦਾ ਫਿਰਦਾ ਸੈਲ ਕਰੀ ਜਾਂਦਾ ਹੈ। ਇੱਕ ਬੱਚੀ ਪਾਣੀ ਪੀਣ ਵਾਸਤੇ ਆ ਗਈ, ਇਹ ਕਹਿੰਦੇ ਪੀਣ ਨਹੀਂ ਦਿੱਤਾ। ਤੂੰ ਰੱਬ ਦੇ ਤਲਾਬ 'ਤੇ ਪੀ, ਮਾਰਿਆ ਧੱਕਾ, ਉਹ ਅੱਗੇ ਹੀ ਪੈ ਗਈ, ਫੁਰਕ ਗਈ, ਡਿੱਗ ਪਈ, ਮਰ ਗਈ। ਲੋਕ ਆਖ ਲਏ ਓਏ 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 ਧਨਾਡਾ ਅੰਨਿਆ ਹੋਏ, ਮਾਇਆ ਦੇ ਪੁਤਲਿਆ ਹੋਏ, ਤੂੰ ਗਊ ਮਾਰ ਦਿੱਤੀ। ਕਹਿੰਦੇ ਮੈਂ ਨਹੀਂ ਮਾਰੇ, ਮੈਂ ਨਹੀਂ ਮਾਰੀ। ਇਹ ਤਾਂ ਸਾਰੇ ਇੰਦਰੀਆਂ ਦਾ, ਕੋਈ ਨੇਤਰਾਂ ਦਾ ਵੀ, ਕੋਈ ਗੂਦਾ ਦਾ ਵੀ, ਦੇਵਤੇ ਹੀ ਕਿਰਿਆ ਕਰਾਉਂਦੇ ਨੇਤਰਾਂ ਦਾ ਵੀ, ਸਾਰੇ ਹੱਥਾਂ ਦਾ ਪ੍ਰੇਰਕ ਇੰਦਰ ਹੈ। ਇਹ ਤਾਂ ਉਸ ਨੇ ਮਰਵਾਈ ਹੈ। ਇੰਦਰ ਤਾਂ ਗੱਲ ਪੁੱਜੀ ਹੈ ਤਾਂ ਮੈਨੂੰ ਦੋਸ਼ ਦਿੰਦਾ ਮੈਂ ਅੱਗੇ ਪਕੜਿਆ ਜਾਊਂ। ਪੰਡਤ ਦਾ ਰੂਪ ਧਾਰ ਕੇ ਆ ਗਿਆ। ਬੜੀ ਸ਼ਲਾਘਾ ਕੀਤੀ ਸਰੋਵਰ ਦੀ। ਕਿੰਨੇ ਲਾਇਆ? ਕਹਿੰਦੇ ਮੈਂ ਲਾਇਆ। ਅੱਛਾ, ਫਿਰ ਗਊ ਵੀ ਤੂੰ ਹੀ ਮਾਰੀ ਹੈ, ਉਹ ਤੂੰ ਮੇਰਾ ਨਾਂ ਲੈਂਦਾ ਓਏ। ਇਸ ਤਰ੍ਹਾਂ ਹੋਰ ਨਾ ਦੋਸ਼ ਦਿਓ। ਉੱਥੇ ਸੱਚੇ ਹੀ ਸੱਚ ਨਿਬੜੈ, ਪੂਰਾ ਨਿਆਂ ਕਰੇ ਕਰਤਾਰ। ਕਿਸੇ ਦੀ ਅੱਖਾਂ ਬਿੰਨਦਾ ਹੈ, ਨੱਕ ਵੜਦਾ ਹੈ, ਕੰਨ ਵੜਦਾ ਹੈ, ਨੇਤਰਾ ਸੂਲ ਫੇੜਦਾ ਹੈ, ਉਹ ਤਾਂ ਅੱਗੇ ਉਤਨਾ ਹੀ ਨੱਕ ਵੱਢਿਆ ਜਾਊ, ਜ਼ੁਬਾਨ ਨਾਲ ਝੂਠ ਬੋਲਦਾ ਕੱਟੀ ਜਾਊਗੀ, ਕੰਨਾਂ ਵਿੱਚ ਨਿੰਦਿਆ ਸੁਣਦਾ ਸਿੱਕਾ ਭਰਿਆ ਜਾਊ, ਸਜ਼ਾ ਮਿਲ ਜੂ। ਕੁਰਾਨ ਸ਼ਰੀਫ ਵਿੱਚ ਇਹੋ ਜਿਹੇ ਜਿਚਾਂ ਹਨ। ਕਤ ਕਰਮ ਕਮਾਵਣੇ, ਕੱਤੇ ਦੇ ਮਹੀਨੇ ਕਰਮ ਕਰਨੇ ਜਿਹੜੇ, ਉਹ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਉਹ ਕਹਿੰਦੇ ਰੋਗ ਕਿਉਂ ਚਿਮੜਦੇ ਹੈ? ਇਹ ਦੋਸ਼ ਕਿਉਂ ਚਿਮੜਦੇ ਹੈ? ਪਰਮੇਸ਼ਰ ਪਰਮ ਐਸਰ ਭੂਤੀ ਵਾਲਾ ਪਰਮੇਸ਼ਰ ਪਰਮਾਤਮਾ, ਪਰਮੇਸ਼ਰ ਪਰੰਪਰ ਪਰਮਾਤਮਾ। ਉਹ ਜੇ ਹਿੰਦੂ ਖਿਆਲੀ ਲੋਕਾਂ ਨੇ
ਕੁਝ ਪਰਮੇਸ਼ਰ ਪਰਮਾਤਮਾ ਨੂੰ ਨਾ ਸਮਝਣ ਵਾਲਿਆਂ ਨੇ ਕੁਝ 5 ਈਸ਼ਰ ਮੰਨੇ ਹਨ। ਇੱਕ ਤਾਂ ਗਣੇਸ਼ ਮੰਨ ਲਿਆ, ਇੱਕ ਸ਼ਿਵ ਜੀ ਮੰਨ ਲਿਆ, ਇੱਕ ਵਿਸ਼ਨੂੰ ਮੰਨ ਲਿਆ, ਇੱਕ ਸ਼ਕਤੀ ਮੰਨ ਲਈ, ਇੱਕ ਸੂਰਜ ਮੰਨ ਲਿਆ। ਉਹ ਪਰਾਰੂਪ ਹੈ ਪਰਮੇਸ਼ਰ ਪਰਮਾਤਮਾ, ਇਹਨਾਂ 'ਤੇ ਵੀ ਤਾਂ ਕਾਰਜ ਰੂਪੇ ਕਰਨ ਵਾਲਾ ਹੈ। ਉਸ ਨੂੰ ਭੁਲਾ ਕੇ ਉਹਦਾ ਡਰ ਛੱਡ ਕੇ ਉਹਦੇ ਸਨਮੁਖ ਨਾ ਰਹਿਣ ਕਰਕੇ ਫਿਰ ਬੁਰਾ ਹੀ ਹਾਲ ਹੋਣਾ। ਪਰਮਾਤਮਾ ਨੂੰ ਭੁਲਾ ਕੇ ਤਾਂ ਅੰਤਰ ਗਿਆਨ ਉਹ ਬੁੱਧ ਹੈ, ਅੰਦਰ ਸਾਡੇ ਅਗਿਆਨ ਬੇਸਮਝੀ ਹੈ। ਜਿਹੜਾ ਬੇਸਮਝੀ ਹੈ, ਬੇਸਮਝੀ ਹੋਣ ਤੋਂ ਰਾਗ ਦਵੈਸ ਫੁਰਦੇ ਹਨ। ਰਾਗ ਦਵੈਸ ਨਿੰਦਿਆ ਚੁਗਲੀ ਅਸਹਿਤ ਅਖਹਿਤ ਬੜਾ ਕੁਝ ਫਿਰਦਾ ਹੈ। ਉਹਦੇ ਕਰਕੇ ਫਿਰ ਦੋਸ਼ ਕਰਦਾ, ਫਿਰ ਇਹਨੂੰ ਪਾਪ ਲੱਗਣਾ ਹੀ ਪਰਮੇਸ਼ਰ 'ਤੇ ਭੁੱਲਿਆ, ਫਿਰ ਇਹਨੂੰ ਦੋਸ਼ ਲੱਗ ਜਾਂਦੇ ਆ ਪਾਪ ਕਰਕੇ। ਉਹ ਪਾਪਾਂ ਕਰਕੇ ਰੋਗ ਲੱਗ ਜਾਂਦੇ ਆ। ਉਹ ਰੋਗ ਵੀ ਕਈ ਪ੍ਰਕਾਰ ਦੇ ਹਨ। ਪਰ ਰੋਗ ਮਨ ਨੂੰ ਵੀ ਲੱਗਦਾ ਹੈ, ਬਾਣੀ ਨੂੰ ਵੀ ਲੱਗਦਾ, ਸਰੀਰ ਨੂੰ ਵੀ ਲੱਗਦਾ ਹੈ। ਬਾਣੀ ਦੇ ਵੀ 4 ਦੋਸ਼ ਮੰਨੇ ਹਨ। ਕਠੋਰ ਬੋਲਣਾ, ਨਿੰਦਿਆ ਚੁਗਲੀ ਕਰੀ ਜਾਣੀ, ਕਿਸੇ ਨੂੰ ਕਹਿ ਕੇ ਮਰਵਾ ਦੇਣਾ, ਇਸ ਤਰ੍ਹਾਂ ਇਹ ਬਾਣੀ ਦੇ ਦੋਸ਼ ਨੂੰ ਬਹੁਤ ਕਰਾਰਾ ਬੋਲਣਾ। ਸਰੀਰ ਕਰਕੇ ਮਾਰ ਮਰੀਆ ਕਰਨਾ, ਇਸ਼ਾਰਾ ਕਰਕੇ ਮਰਵਾ ਦੇਣਾ, ਧੱਕਾ ਕਰਨਾ, ਗਰੀਬ ਮਾਰ ਕਰਨੀ, ਇਹ ਸਰੀਰਕ ਰੋਗ ਹਨ। ਮਨ ਪਾਪ ਛਪਾ ਕੇ ਰੱਖਣਾ, ਮਨ ਕਰਕੇ ਨਾ ਕਿਸੇ ਨੂੰ ਚੜ੍ਹਦੀ ਕਲਾ ਚੰਗਾ ਦੇਖ ਕੇ ਸੜੀ ਜਾਣਾ, ਮੱਚੀ ਜਾਣਾ। ਮਨ ਕਰਕੇ ਕਿਸੇ ਦਾ ਬੁਰਾ ਸੋਚੀ ਜਾਣਾ। ਆਹ 10 ਰੋਗ ਹਨ ਮਨ ਬਾਣੀ ਸਰੀਰ ਦੇ। ਇਹਨਾਂ ਕਰਕੇ ਰੋਗ ਲੱਗਦੇ ਵਾਏ ਪਿਤ ਕਫ, ਵਾਏ ਪਿਤ ਕਫ ਆਦਿ ਵਿਆਧੀ ਪਾਦੀ ਆਦਿ ਮਾਨਸ ਰੋਗ ਲੱਗਿਓ। ਆਦ ਮੈਂ ਹਉ ਮੈਂ ਰੋਗੋ ਲੱਗਿਓ, ਆਦ ਕੋ ਹਉ ਮੈਂ ਰੋਗੋ, ਹਉ ਵਿੱਚ ਹਉ ਜੰਮਿਆ, ਆ ਲੱਗ ਜਾਂਦਾ। ਆਦਿ ਮਾਨਸਿਕ ਰੋਗ, ਵਿਆਧੀ ਸਰੀਰਕ, ਵਾਏ ਪਿਤ ਕਫ ਰੁਦਰ ਆਦ, ਇਹ ਲੱਗ ਜਾਂਦਾ ਹੈ। ਉਪਾਧੀ ਡਾਂਗਟ ਗੁੱਸਾ, ਭੂਤ ਪ੍ਰੇਤ ਪੀੜਾ, ਘਬਰਾਹਟ ਚੜੀ ਰਹਿਣੀ, ਬਹੁਤ ਗੁੱਸਾ ਚੜੇ ਰਹਿਣਾ, ਡਾਂਗਟ ਗੁੱਸਾ ਕਰ ਲੈਣਾ, ਚਿਮੜ ਚਮੜਈਆ ਕਰ ਲੈਣਾ, ਲੜਾਈ ਝਗੜਾ ਕਰ ਲੈਣਾ। ਇਹ ਫਿਰ ਪਾਪ ਲੱਗਦੇ ਹਨ। ਪਰਮੇਸ਼ਰ ਨੂੰ ਭੁਲਾ ਕੇ ਪਰਮੇਸ਼ਰ ਪ੍ਰੇਮ ਨਾ ਕਰਨ ਤੋਂ ਆਹ ਦੋਸ਼ ਲੱਗ ਜਾਂਦੇ ਹਨ। ਬੇਮੁਖ ਹੋਏ ਰਾਮ ਤੇ, ਇਹ ਰੋਗ ਲੱਗ ਜਾਂਦੇ ਹੈ। ਬੇਮੁਖ ਹੋਏ ਰਾਮ ਤੇ, ਗੁਰਮੁਖ ਸਾਰੰਗ ਮਨ ਕੋ ਮੁਖੀਆ, ਉਲਟੇ ਹੋ ਗਏ। ਜਦੋਂ ਸੂਰਜ ਸਾਹਮਣੇ ਜਾਈਏ ਨਾ, ਪਰਛਾਵਾਂ ਪਿੱਛੇ ਪਿੱਛੇ, ਜਦੋਂ ਸੂਰਜ 'ਤੇ ਉਲਟ ਚਲੀਏ ਨਾ, ਪਰਛਾਵਾਂ ਅੱਗੇ ਗਿਆ ਪਿਛਾਂ ਪਿਛਾਂ। ਪਰਮੇਸ਼ਰ ਤੋਂ ਬੇਮੁਖ ਹੋਣ ਤੋਂ ਜਿਹੜਾ ਪੂਨਾ ਰੂਪ ਰਾਤ ਹੈ ਨਾ, ਪੂਨਾ ਰੂਪ ਰਾਤ ਸੂਰਜ, ਪੂਨਾ ਰੂਪ ਰਾਤ ਹੈ, ਇਹ ਪਿੱਠ ਦੇ ਜਾਂਦਾ ਹੈ।
ਇਹ ਪੁੰਨਿਆਂ ਪੁਰਖਾਂ ਕੋਲ ਚਲੇ ਜਾਂਦਾ ਹੈ। ਜਿੱਥੇ ਬਿਰਛ ਦੀ ਥਾਂ ਪਿਛਲੇ ਪੈਰ ਰਥ ਪਰਿੰਦਾ ਦਿਸੈ ਛਾਪ, ਬਹੁਤ ਦੂਰ ਚਲੀ ਜਾਂਦੀ ਹੈ। ਦੁੱਖ ਤਦੇ ਜਦ ਵਿਸਰ ਜਾਵ ਹੈ, ਰਾਹ ਭੁੱਲਣੀ ਮਾਰ ਪੈ ਜਾਂਦੀ ਹੈ। ਇਸ ਤਰ੍ਹਾਂ ਪਰਮੇਸ਼ਰ ਨੂੰ ਭੁਲਾ ਕੇ ਨਾ ਵਿਆਪਨ ਸਭੇ ਰੋਗ, ਸਾਰੇ ਰੋਗ ਸਾਰੇ ਬਿਮਾਰੀਆਂ ਆ ਚਿੰਬੜਦੇ ਹਨ। ਲਗਨ ਜਨਮ ਵਿਜੋਗ, ਜਨਮ ਜਨਮ ਵਿਜੋਗ ਹੁੰਦਾ ਮੌਤ ਦਾ। ਵਿਯੋਗ ਤਾਂ ਅੱਗੇ ਹੀ ਬੜਾ ਲੱਗਿਆ ਹੋਇਆ ਹੈ। ਚਿਰੰਕਾਰ ਤੋਂ ਜੂਨਾਂ ਵਿੱਚ ਫਿਰਦਾ ਹੈ। ਕਈ ਜਨਮ ਗਾ ਜ਼ਮੀਨ ਕਰਾਉਂਦਾ, ਕਈ ਜਨਮ ਕਰੰਗ ਆਦਿ ਬਹੁਤ। ਵਿਜੋਗ ਤਾਂ ਇਹਨੂੰ ਬਹੁਤ ਦੂਰ ਦਾ ਹੀ ਪਿਆ, ਬਹੁਤ ਦੇਰ ਦਾ ਜੂਨਾਂ ਦਾ ਚੱਕਰ ਹੈ। ਮਸਾਂ ਮਿਲਦੀ ਹੈ ਜੂਨ, 20 ਲੱਖ ਸਥਾਵਰ ਜਾਨੋ, 9 ਲੱਖ ਜਰ ਚਰ ਮਾਨੋ। ਕਵੀ ਕੋਰਮ 11 ਲੱਖ ਬਤਾਏ, ਪੰਖੇ 10 ਲੱਖ ਗੁਨਾਏ। 30 ਲੱਖ ਪਸ਼ੂ ਜਾਨੋ ਭਾਈ, 4 ਲੱਖ ਬਾਂਡਰ ਦੁਖਦਾਈ। ਜਾਵੇ 84 ਕੱਟ ਆਣੇ ਤਾਂ ਮਨੁੱਖੇ ਤਨ ਕੋ ਪਾਵੇ। ਇਹ ਇੰਨੀ ਲੰਮੀ ਜੂਨਾਂ ਵਿੱਚ ਬਹੁਤ ਦੇਰ ਦਾ ਵਿਛੜਿਆ ਹੋਇਆ ਹੈ। ਜੈ ਹਰ ਟਿੰਡ ਲੱਗਦਾ ਇੱਕ ਸਕੰਡ ਫਿਰ ਹੋਰ ਭਰੀਅਤ ਹੈ। ਉਹ ਤਾਂ ਇੰਨੀ ਜੂਨਾਂ ਤੋਂ ਬਾਅਦ ਮਿਲਿਆ ਸੀਗਾ, ਇਹ ਸਫਲਾ ਨਹੀਂ ਕੀਤਾ। ਉਹ ਫਿਰ ਇੰਨੀ ਜੂਨਾਂ ਫੇਰ ਭੋਗਣੀਆਂ ਪੈਂਦੀਆਂ ਇਹਨੂੰ, ਬਹੁਤ ਵਿਛੋੜਾ। ਜੂਨਾਂ ਦਾ ਚੱਕਰ, ਵਿਜੋਗ ਵਿਛੋੜਾ ਜਨ ਵਾਸਨਾ ਪੈਦਾ ਕਰਦੀ ਹੈ। ਜਿਵੇਂ ਹੱਟ ਦੇ ਟਿੰਡ ਇੱਕ ਪਾਸੇ ਭਰਦੀ ਖਾਲੀ ਹੈ, ਵਾਸਨਾ ਜਨਮ ਦਿੰਦੀ ਹੈ। ਵਾਸਨਾ ਨਾਲ ਭੋਗ ਕੇ ਵਾਸਨਾ ਹੱਟ ਟਿੰਡਾਂ ਵਿੱਚ ਚੱਕਰ ਬਣਿਆ ਰਹਿੰਦਾ। ਕੱਤ ਕਰਮ ਕੁੰਭਾਵਨੇ, ਜਿਵੇਂ ਕੱਤੇ ਦੇ ਮਹੀਨੇ ਵਿੱਚ ਹਾੜੀ ਬੀਜੀਦੀ ਹੈ, ਪਰ ਸਿਆਣਾ ਜ਼ਿਮੀਂਦਾਰ ਪਹਿਲਾਂ ਵਾਰ ਪੁਣਾ ਵਾਹੀ ਜਾਂਦਾ ਹੈ। ਵਾਹ ਕੇ ਫਿਰ ਘਾਹ ਫੂਸ ਝਾੜੀਆਂ ਬੁੱਝੇ ਬਰੂਆਦ ਕਹੀ ਨਾਲ ਪੁੱਟ ਕੇ ਸਿੱਟਦਾ ਹੈ। ਫਿਰ ਪਾਣੀ ਲਾਉਂਦਾ, ਠੰਡਾ ਕਰਦਾ, ਉਹਦੇ ਸਮੇਂ ਸਿਰ ਬੀਜਦਾ ਹੈ। ਫਿਰ ਹੁੱਲਣ ਤੋਂ ਬਚ ਜਾਵੇ, ਰਾਖਾ ਰੱਖਿਆ ਜਾਵੇ। ਉਹ ਹਜ਼ਾਰਾਂ ਗੁਣਾ ਵੱਧ ਫਸਲ ਫਲੀਭੂਤ ਹੁੰਦੀ ਹੈ। ਫਸਲ ਚੰਗੀ ਲੱਗਣ ਤੋਂ ਅਟੁੱਟ ਘਰ ਵਿੱਚ ਮਾਮਲੇ ਲੈਣ ਤੋਂ ਨੇਰਾ ਕੁਝ ਆ ਜਾਂਦਾ ਹੈ, ਬਹੁਤ ਕੁਝ ਆ ਜਾਂਦਾ ਹੈ। ਇਹ ਤਾਂ ਬਾਹਰ ਦਾ ਇੱਕ ਦ੍ਰਿਸ਼ਟਾਂਤ ਹੈ ਜਿਸ ਵਿੱਚ ਆਪਾਂ ਵਰਤਦੇ ਹਾਂ। ਮਨ ਹਾਲੀ ਕਰਸਾਣੀ ਕਰਨੀ ਸਰ ਪਾਹੁ ਤਨ ਖੇਤ, ਨਾ ਬੇਸ ਸੰਤੋਖ ਸੁਆਗਾ ਰੱਖ ਗਰੀਬੀ ਵੇਸ। ਧਨਾਸਰੀ ਰਾਗ ਵਿੱਚ ਮਹਾਰਾਜ ਨੇ ਬੜੀ ਸਿੱਖਿਆ ਦਿੱਤੀ ਹੈ। ਕਰਨੀ ਭਗਤੀ ਦੀ ਖੇਤੀ ਕਰਨੀ ਹੈ, ਔਰ ਇਹਦੇ ਵਿੱਚੋਂ ਜਿਹੜੇ ਕਾਮ ਕ੍ਰੋਧ ਝਾੜੀਆਂ ਇਹਨਾਂ ਨੂੰ ਪਟਣਾ, ਕਹੀ ਨਾਲ ਵਿਚਾਰ ਰੂਪੀ ਕਹੀ ਨਾਲ, ਅਤੇ ਨਦੀਨ ਹੈ ਜਿਹੜੀ ਸੰਸਾਰ ਦੇ ਪ੍ਰਤੀ ਤ੍ਰਿਸ਼ਨਾ, ਅਤੇ ਰਾਗ ਦਵੇਸ਼ ਕੋਹਲੀ ਹੈ। ਫਿਰ ਕੁੰਗੀ ਹੰਕਾਰ, ਉਪ ਹੰਕਾਰ ਤੋਂ ਬਚਣਾ ਹੈ। ਜਿਵੇਂ ਫਸਲ ਅੱਫੜ ਜਾਂਦੀ ਹੈ, ਅਨਾਜ ਪੈਂਦਾ ਹੀ ਨਹੀਂ, ਬਹੁਤ ਜ਼ਿਆਦਾ ਵੱਧ ਜਾਂਦਾ ਅਨਾਜ। ਉਹ ਚਾਰਨ ਦੇ ਪਸ਼ੂ ਕੁਤਰ ਕੇ ਖਾਣ ਦੇ ਕੰਮਾਂ ਦੀ ਅਨਾਜ ਪੈਂਦੇ ਕੁੰਗੀ ਲੱਗ ਜਾਂਦੀ ਹੈ।
ਕਹੂੰਗੀ ਹੰਕਾਰ ਉਪਰ ਹੰਕਾਰ ਨਹੀਂ ਕਰਨਾ। ਰੱਖ ਗਰੀਬੀ ਵੇਚ ਸੰਤੋਖ ਦਾ ਸੁਆਗਾ ਦੇਣਾ। ਫਿਰ ਇਹਦੇ ਵਿੱਚ ਜਿਹੜੇ ਸੰਸਾਰ ਦੇ ਪਦਾਰਥ ਮਿੱਥਿਆ ਤਨਜ ਕਰਕੇ ਨਾ ਬਰਾਗ ਰੂਪੀ ਰੂੜੀ ਪਾਣੀ ਹੈ, ਰੇ ਪਾਉਣਾ ਹੈ। ਫਿਰ ਸਾਧ ਸੰਗਤ ਹਟ ਤੋਂ ਖੋਹ ਤੋਂ ਜਬ ਤਬ ਸਾਧਨ ਕਰ ਰੂਪੇ ਨੂੰ ਸਿੰਚਣਾ ਹੈ। ਗਰੀਬੀ ਦਾ ਰਾਖਾ ਬਿਠਾਉਣਾ ਹੈ। ਗਰੀਬੀ ਹੁੰਦਿਆਂ ਹਵਾਂਦਿਆਂ ਗਰੀਬੀ ਭੇਸ ਰੱਖਣਾ, ਗਰੀਬੀ ਨਿਮਰਤਾ ਰੱਖਣੀ ਹੈ। ਗਰੀਬੀ ਦਾ ਰਾਖਾ ਰੱਖਣਾ ਹੈ। ਗਰੀਬੀ ਜਿਹੜੀ ਹੈ ਨਿਮਰਤਾ, ਸਾਦਾ ਲਿਬਾਸ ਹੈ। ਉਹਦੇ ਨਾਲ ਹੰਕਾਰ ਪ੍ਰੇਮਾ ਫੁਰਦਾ ਹੀ ਨਹੀਂ। ਜਿਵੇਂ ਦ੍ਰਿਸ਼ਟਾਂਤ ਮਾਤਰ ਭਾਈ ਗੜੀਆ ਜੀ ਹੋਇਆ ਗੁਰਸਿੱਖ ਚੜ੍ਹਦੀ ਕਲਾ ਵਾਲਾ 6ਵੇਂ ਪਾਤਸ਼ਾਹ ਦਾ, ਹਰਗੋਬਿੰਦਪੁਰੇ ਤੋਂ ਹਜ਼ੂਰ ਨੇ ਅਗੁਵੇਤਾ ਕਿਉਂ ਕਰ ਭਾਈ ਗੜੀਆ ਜੀ ਕਸ਼ਮੀਰ ਦੇ ਇਲਾਕੇ ਦੇ ਦਸਵੰਧ ਹੈ ਨਾ, ਗੁਰੂ ਨਾਨਕ ਦੇਵ ਦਾ ਅਵਤਾਰ ਗੁਰਪੁਰਬ ਆ ਰਿਹਾ ਹੈ, ਇਕੱਠਾ ਕਰਕੇ ਉੱਥੇ ਦਾਨ ਪੁੰਨ ਕਰੀ, ਜ਼ਿਆਦਾ ਹੋਇਆ ਲਿਆ ਹੀ। ਭਾਈ ਗੜੀਆ ਜੀ ਚੱਲ ਪਏ। ਗੁਜਰਾਤ ਸ਼ਹਿਰ ਵਿੱਚ ਇੱਕ ਮੀਆਂ ਦੌਲਾ ਸੀ, ਰਿੱਧੀਆਂ ਸਿੱਧਿਆਂ ਵਾਲਾ, ਸ਼ਕਤੀ ਵਾਲਾ ਸੀ। ਇਹਦਾ ਕਰਤੱਵ ਹੈ ਬੇਰੁਜ਼ਗਾਰਾਂ ਨੂੰ ਰੁਜ਼ਗਾਰ 'ਤੇ ਲਾਈ ਰੱਖਣਾ। ਕਦੇ ਪੁਲ ਬਣਵਾ ਦੇਣੇ, ਕਦੇ ਸੜਕ ਦੇ ਬਿਰਛ ਲਵਾ ਦੇਣੇ, ਕਿਤੇ ਕੁਝ ਕਿਤੇ ਖੂਹ ਲਵਾ ਦੇਣਾ। ਇਸ ਤਰ੍ਹਾਂ ਪਰਉਪਕਾਰੀ ਸੀ, ਪਰਉਪਕਾਰ ਕਰਦਾ ਹੀ ਰਹਿੰਦਾ ਸੀ। ਇਹ ਮਿਲਿਆ, ਇਹਨੇ ਬਹੁਤ ਸਤਿਕਾਰ ਕੀਤਾ। ਗੁਰੂ ਮਹਾਰਾਜ ਦਾ ਸੇਵਾਦਾਰ ਸਮਝ ਕੇ ਰਾਤ ਨੂੰ ਬੜੀ ਸੇਵਾ ਕੀਤੀ। ਸਵੇਰ ਨੂੰ ਜਾਣ ਵੇਲੇ ਇੱਕ ਨੇੜੇ ਬਰਸਾਤੀ ਨਾਲਾ ਵਗਦਾ ਸੀ। ਕਹਿੰਦੇ ਪਾਰ ਕਰਾਵਾਂ ਨਾਲੇ ਵਿਦਾ ਕਰਾਵਾਂ। ਸਤਿਕਾਰ ਨਾਲ ਚੱਲ ਪਿਆ ਭਾਈ ਗੜੀਆ ਜੀ, ਉਹਦੇ ਮਗਰ ਚੱਲ ਪਿਆ ਮੀਆਂ ਦੌਲਾ। ਆਖਣ ਲੱਗਿਆ ਭਾਈ ਗੜੀਆ ਜੀ, ਜੋ ਗੁਰੂ ਮਹਾਰਾਜ ਨੇ ਸੁਖਮਨੀ ਸਾਹਿਬ ਉਚਾਰਨ ਕੀਤੀ ਹੈ, ਕੋੜ ਰੋਗ ਮੇਟਦੀ ਹੈ, ਬੜੀ ਬਿਮਾਰੀਆਂ ਜਲਦ ਰੋਗ ਨੂੰ ਵੀ, ਦਿਮਾਗੀ ਨੁਕਸ ਨੂੰ ਵੀ ਦੂਰ ਕਰਦੀ ਹੈ, ਮਹਿਮਾ ਬੜੀ ਹੈ, ਬੜੇ ਰੋਗ ਮੇਟਦੀ ਹੈ। ਉਹ ਮੈਨੂੰ ਸੁਣਾ ਦਿਓ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਪੜ੍ਹਦਾ ਪੜ੍ਹਦਾ ਇੱਥੇ ਆ ਗਿਆ, ਬੜਾ ਖੁਸ਼ ਹੋ। ਕਹਿੰਦੇ ਸੁਖਮਨੀ ਸੁਖ ਅੰਮ੍ਰਿਤ ਸੁਖ, ਸੁਖਮਨੀ ਸੁੱਖਾਂ ਦੀ ਮਣੀ ਹੈ, ਨਿਰਾ ਸੁੱਖ ਦੇਣ ਵਾਲੀ ਹੈ। ਇਹ ਜਿਹੜਾ ਅੰਮ੍ਰਿਤ ਨਾਮ ਰੱਖਿਆ ਨਾ ਬਾਣੀ, ਇਹ ਸੁੱਖ ਦੇਣ ਵਾਲੀ। ਬੜਾ ਖੁਸ਼ ਹੋਇਆ। ਇਹਦੀ ਨਿਗਾਹ ਭਾਈ ਗੜੀਏ ਦੇ ਪਿੱਛੇ ਤੁਰਿਆ ਜਾਂਦਾ ਦੇਖਿਆ। ਜੋੜਾ ਟੁੱਟਿਆ ਹੋਇਆ ਹੈ, ਅੱਡੀਆਂ ਹੈ ਨਹੀਂ, ਛਿੱਤਰ ਜੇ ਬਣ ਗਏ। ਪੈਦਲ ਗਿਆ, ਸਫ਼ਰ ਕੀਤਾ। ਖੂੰਚਾਂ ਤੱਕ ਮਿੱਟੀ ਉੜ ਕੇ ਛਿੱਤਰਾਂ ਤੋਂ ਪੈਂਦੀ ਹੈ। ਕਹਿੰਦੇ ਵੀ ਸਿੱਖ ਤਾਂ ਬੜੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੜੇ ਸ਼ਕਤੀ ਵਾਲਿਆਂ ਦਾ, ਰੱਬ ਰੂਪ ਦਾ, ਪਰ ਜੋੜਾ ਟੁੱਟਿਆ ਹੋਇਆ ਹੈ। ਜੇ ਮੈਨੂੰ ਆਗਿਆ ਦੇਣ ਮੈਂ ਨਵਾਂ ਬਣਵਾ ਦਾ। ਇਹ ਕਮਾਈ ਵਾਲਾ ਸੀ ਭਾਈ ਗੜੀਆ ਜੀ। ਇਹਦੇ ਅੰਦਰ ਬ੍ਰਹਮ ਗਿਆਨ ਸੀ। ਇਹਨੇ ਫੁਰਨਾ ਬੁੱਝ ਲਿਆ। ਕਹਿੰਦੇ ਮੀਆਂ ਦੌਲਾ ਕੀ ਫੁਰਨਾ ਕਰਦਾ ਹੈ? ਨਵੜੀ ਕਰਤ ਲੈ ਕਿਰਪਾ ਤੁਮਾਰੀ,
ਸਾਡੇ ਗੁਰਾਂ ਨੇ ਤਾਂ ਸਾਡੇ ਗੁਰਮੁਖਾਂ ਗੁਰਸਿੱਖ ਪ੍ਰੇਮੀਆਂ ਤੇ ਇੰਨੀ ਬਖਸ਼ ਕੀਤੀ ਹੈ, ਨੌ ਦੀਆਂ ਸਿੱਧੀਆਂ ਹੱਥਾਂ ਦੀ ਤਲੀਆਂ ਤੇ ਰੱਖੀ, ਦੇਣ ਵਿੱਚ ਦੇਰ ਨਾ ਲੱਗੇ। ਤੂੰ ਕੀ ਸੰਗਾ ਕਰਦਾ ਹੈ? ਕਹਿੰਦੇ ਦਿਖਾਵਾਂ ਪੂਰੇ ਗੁਰਾਂ ਦੀ ਬਰਕਤ ਹਾਂ, ਬਖਸ਼ਾਂ। ਕਹਿੰਦੇ ਦਿਖਾਓ। ਥੇ ਸੀ ਥੇ ਉਹਨੇ ਆਪਣੀ ਨਿਗਾਹ ਨਾਲ ਭਾਈ ਗੜੀਏ ਜੀ ਨੇ ਸੋਨੇ ਦਾ ਪ੍ਰਤੀਕ ਦਿਖਾਤਾ। ਰੋ ਠਿਕਰੀਆਂ ਹੀਰੇ ਮੋਤੀ ਜਨਾਤ ਹੈ, ਇਹ ਤਾਂ ਚਰਨੀ ਪੈ ਗਿਆ। ਕਹਿੰਦੇ ਪਹਿਲਾਂ ਕਿਉਂ ਨਹੀਂ ਦਿਖਾਈ? ਹੁਣ जैसा कहे कहावै तैसा ऐसी जरूरत होवै, लिंग चिंग न होवै सो मूर्त, नानक कहिए मूर्त। लोड़ पवे तो दिखावे, हुई ना दिखावे। तेरी शंका दूर करने वास्ते दिखाया है कुछ। भाई साहब जी तन तो सुखदाई पालकियां चाहिए, रेशम के वस्त्र चाहिए हैं। कहते साडे गुरां दा हुक्म है। ਸਾਡੇ ਤੀਜੇ ਪਾਤਸ਼ਾਹ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ, ਰੱਖ ਗਰੀਬੀ ਵੇਸ। ਕਿਉਂ ਸਾਧ ਸੰਗਤ ਜੀ, ਜਿਹੜੀ ਗਰੀਬੀ ਰੱਖਣੀ ਆ ਇਹ ਲਿਬਾਸ ਹੈ। ਇਹ ਆਖਰ ਬਿਰਖ ਬਾਗ ਭੋਏ ਚੌਖੀ। ਸਾਨੂੰ ਨੀਚਿਆਂ ਨੂੰ ਬਿਰਧ ਹੈ, ਉੱਚੇ ਚੱਕਿਆ ਅਮਰ ਦੀ ਦਾਤ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਮਾਨਾ ਕਰੋ ਸਿੱਖੀ ਦਾ ਖਾਲਸਾ ਬਗੀਚਾ ਹੀ ਲਾਇਆ ਹੈ। ਪੰਜ ਪੈਰਾਂ ਦੀ ਚੋਣ ਕਰਕੇ, ਅੰਮ੍ਰਿਤ ਛਿੜਕਾ ਕੇ, ਜਿਉਂਦੇ ਕਰਕੇ, ਰਹਿਤ ਵੈਦ ਦੱਸ ਕੇ, ਫਿਰ ਕਮਰ ਕਸਾ ਸਜਾ ਕੇ ਹਜ਼ੂਰ ਸਾਹਮਣੇ ਜਾ ਖਲੋਤੇ। ਪੰਜ ਪਿਆਰਿਆਂ ਨੂੰ ਆਖਣ ਲੱਗੇ, ਕਹਿੰਦੇ ਆ ਸਾਨੂੰ ਵੀ ਅਮਰ ਦੀ ਦਾਤ ਬਖਸ਼ੋ। ਉਹ ਠੀਕ ਹੈ, ਤੁਸੀਂ ਸਾਨੂੰ ਅਮਰ ਦੀ ਦਾਤ ਦੇ ਕੇ ਕੋਈ ਕਿਰਪਾ ਤਾਂ ਕੀਤੀ ਹੈ, ਪਰ ਤੁਸੀਂ ਤਾਂ ਅਕਾਲ ਪੁਰਖ ਦੇ ਸਰਗੁਣ ਸਰੂਪ ਹੋ। ਤੁਹਾਨੂੰ ਅਸੀਂ ਕਿਵੇਂ ਅੰਮ੍ਰਿਤ ਛਕਾ ਸਕਦੇ ਹਾਂ? ਅਸੀਂ ਭਾਸ਼ੜੀ ਸ਼੍ਰੇਣੀ ਹਾਂ, ਕਾਮ ਕ੍ਰੋਧ ਦੇ ਖਾਧੇ ਹੋਏ ਕਲਯੁਗੀ ਜੀਵ। ਤੁਹਾਨੂੰ ਅੰਮ੍ਰਿਤ ਛਕਦੇ ਲਾਇਕ ਨਹੀਂ ਹੈ, ਤੁਹਾਡੇ ਕੋਈ ਊਣਤਾਈ ਵੀ ਨਹੀਂ। ਕਹਿੰਦੇ ਅਕਾਲ ਪੁਰਖ ਵੱਲੋਂ ਹੀ ਆਖਿਆ, ਖਾਲਸਾ ਅਕਾਲ ਪੁਰਖ ਦੀ ਫੌਜ ਪੜ੍ਹੋ, ਖਾਲਸਾ ਪਰਮਾਤਮਾ ਦੀ ਮੌਜ। ਇਹ ਰੱਬ ਦੀ ਮੌਜ ਪ੍ਰਗਟ ਹੋਇਆ, ਨਾਲੇ ਰੱਬ ਨੇ ਆਖਿਆ ਛਕਾ ਕੇ ਆਪ ਵੀ ਛਕਣਾ ਹੈ। ਇਸ ਤਰ੍ਹਾਂ ਜਿਹੜੇ ਅੱਖਰ ਹੈ ਵਾਹਿਗੁਰੂ ਮੰਤਰ, ਇਹ ਬਿਰਛ ਹਨ। ਹੋਏ ਚੌਖੇ ਅੱਖਰ ਬਿਰਖ, ਜਿਹੜੀ ਜ਼ਮੀਨ ਹੈ ਬੁੱਧੀ ਅੱਛੀ ਹੈ, ਨਾਮ ਦੇ ਅੱਖਰ ਹਨ। ਇਹਨਾਂ ਦੇ ਤਾਈਂ ਜਿਵੇਂ ਬਿਰਛ ਨੂੰ ਬਿਮਾਰੀ ਤੋਂ ਬਚਾਈਦਾ ਹੈ, ਸਰੀਰ ਨੂੰ ਬਿਮਾਰੀ ਤੋਂ ਬਚਾਉਣਾ ਹੈ। ਜੋ ਪੰਜਾਂ ਕਕਾਰਾਂ ਦੀ ਰਹਿਤ ਹੈ, ਬਾੜ ਹੈ। ਸਤਿਗੁਰ ਕਰ ਦੇਣੀ ਉਰਦੀ ਵਾਰ, ਕੰਗਾ ਕੜਾ ਕਛਹਿਰਾ ਬਖਸ਼ਿਆ ਰਹਿਤ, ਇਹ ਬਾੜ ਹੈ। ਜਿੱਥੇ ਸਾਨੂੰ ਕੜਾ ਪਾ ਕੇ ਆਖਿਆ ਮਾੜੇ ਕੰਮ ਨਾ ਕਰੋ, ਉੱਥੇ ਚੰਗੇ ਕਰਨੇ ਹਨ। ਗੁਣ ਧਾਰਨ ਕੀਤਾ ਹੈ। ਇਸ ਤਰ੍ਹਾਂ ਮਹਾਰਾਜ ਨੇ ਬਾਗ ਲਾਇਆ ਹੈ। ਆਪਾਂ ਨੂੰ ਵੀ ਅੱਜ ਕੱਲ੍ਹ ਕਰਦਿਆਂ ਕਾਲ ਵਿਆਪ ਹੈ। ਇਹ ਸੋਹਣਾ ਬਾਗ ਜਿਹੜਾ ਲਾਇਆ ਹੈ, ਆਪਾਂ ਇਹ ਲਾਏ ਬਾਗ ਵਿੱਚੋਂ ਦਾਖਲ ਹੋ ਕੇ ਅੰਮ੍ਰਿਤ ਛਕ ਕੇ ਸਰੂਪ ਦਾ ਆਨੰਦ ਮਾਣੀ ਹੈ।
ਸਰੋ ਵਿੱਚ ਭੇਦ ਹੋਈਏ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿੰਨੇ ਮਾਇਆ ਦੇ ਭੋਗ ਪਦਾਰਥ ਖਾਣ ਪੀਣ ਪਹਿਨ ਦੇ ਦੇਖਣ ਦੇ ਸੁਣਨ ਦੇ, ਇਹ ਤਾਂ ਖਿਨ ਵਿੱਚ ਕੌੜੇ ਹੋ ਜਾਂਦੇ ਆ। ਜਿੰਨੇ ਰਸ ਕਾ ਸਨ ਭੋਗਤਾ ਰੋਗ ਰੋਗਤਾ ਸੋਗਹੁ, ਬਿਮਾਰੀਆਂ ਮਰੀਜ਼ ਜਿੰਨੇ ਭੋਗ ਹੈ ਖਿਣ ਵਿੱਚ ਕੌੜੇ ਹੋ ਜਾਂਦੇ ਹੈ। ਕੌੜੇ ਕੌੜੇ ਪਦਾਰਥ ਜੇ ਚਰ ਪੈਣ ਤੇ ਚਰ ਰੱਖਣ ਗੰਢ, ਜਿਨੋ ਤਿਤਨ ਬੋਲਣ ਗੰਧ, ਨਾ ਤਨ ਹੋਏ ਕੋਲ ਕੁਝ ਵੀ ਜਾਵੇ ਨੇ ਤੇ ਦੇਖਿਓ ਨਰਕ ਸੰਗ ਸੜ ਭਾਗ ਹੈ। ਇਹ ਤਾਂ ਐਸੇ ਦੁਨੀਆ ਦੇ ਜੋ ਸੰਸਾਰ ਦੇ ਮਿੱਤਰ ਭਾਈ ਦਿੰਦੇ ਐਸੇ ਨਾ ਇਹ ਤਾਂ ਆਪਣੇ ਸੁਭਾਅ ਕੇ ਬੈਠਦੇ ਆ। ਜਿੱਦਣ ਸੁਭਾਅ ਪੂਰਾ ਨਹੀਂ ਹੁੰਦਾ ਨਿਰਦਨ ਦੇਖਦੇ ਆ, ਗਾਲਾਂ ਕੱਢਦੇ ਆ, ਕਹਿੰਦੇ ਜ਼ਮੀਨ ਤੱਕ ਬਕਾ ਦਿੰਦੇ ਆ। ਜਦੋਂ ਜ਼ਮੀਨ ਵਿਕ ਗਈ ਉਹ ਕਹਿੰਦੇ ਬੰਦਾ ਹੈ। ਪਿਓ ਦੀ ਜਾਇਦਾਦ ਬਰਬਾਦ ਕਰਤੀ, ਚੱਪਾ ਜ਼ਮੀਨ ਦਾ ਨਹੀਂ ਰਿਹਾ, ਉਹਦਾ ਨਿੰਦਿਆ ਕਰਦੇ ਕੌੜੇ ਹੋ ਜਾਂਦੇ ਹਨ। ਵਿੱਚ ਨਾ ਕੋਈ ਕਰ ਸਕੈ ਬਚੋੜ ਕੇ ਕਿੰਨਾ ਕਰਨੀ ਨਾਮ ਜੈਸਾ ਸਤਿਗੁਰ ਤੈਸੇ ਮੈਂ ਡੀਠ। ਵਿਛੜਿਆ ਮੇਲੇ ਹਰ ਦਰਗਾਹ ਸੇਠ ਕਲਗੀ ਧਰਤਾ ਬਗੈਰ ਵਿਚੋਲਾ ਕਿਸ ਨੇ ਬਣਨਾ ਹੈ। ਧਰਮ ਪਿਤਾ ਬਣਾ ਲਈਏ, ਅਨੰਦਪੁਰ ਸਾਹਿਬ ਦਾ ਜਨ ਬਣਾ ਲਈਏ, ਮਾਤਾ ਸਾਹਿਬ ਕੌਰ ਮਾਤਾ ਬਣਾ ਲਈਏ, ਸੋਢੀ ਸੁਲਤਾਨ ਪਰਿਵਾਰ ਵਿੱਚ ਦਾਖਲ ਹੋਈਏ। ਕਿਸ ਥੈ ਰੋਵਹਿ ਰੋਜ਼। ਕਿਹੜੀ ਥਾਂ ਰੋਵਾਂਗੇ? ਨੇਤਾ ਪਰਤੀ ਰੋਣੇ ਧੋਣੇ, ਇਉਂ ਹੈ ਜੀ ਮੈਂ ਦੁਖੀ ਹਾਂ ਜੀ, ਇਉਂ ਹੈ ਜੀ ਇਉਂ ਹੈ। ਰੋਜ਼ ਰੋਣ ਦਾ ਹੈ। ਕਿਹਦੇ ਕੋਲ ਰੋਵਾਂਗੇ? ਰੋ ਕੇ ਦੱਸੋਗੇ। ਰੋਣੇ ਤੋਂ ਤੁਹਾਡੀ ਰੱਖਿਆ ਕਿਹੜਾ ਕਰ ਸਕਦਾ ਹੈ? ਤਾਂ ਕਿਛੂ ਨਾ ਹੋਵਈ। ਅੰਤ ਨੂੰ ਕੁਝ ਨਹੀਂ ਬਣਨਾ। ਜਾਂ ਦੂਤਾਂ ਦੇ ਕਾਬੂ ਆ ਗਿਆ, ਇਹ ਕੇ ਰਾਏ ਜਮਨ ਨਹੀਂ ਪਤਾ ਨਹੀਂ ਸਿਰ ਪਹਾੜੋ। ਉਹ ਜਪ ਤਪ ਕਰਕੇ ਮੈਂ ਛੋਟਾ ਹਾਂ, ਉਹਨਾਂ ਨੇ ਤਾਂ ਪਕੜਿਆ ਹੋਇਆ ਹੈ। ਜਿਨ੍ਹਾਂ ਨੇ ਤਾਂ ਚੰਗੇ ਗੁਣ ਸੰਗਤ ਕੀਤੀ ਹੈ, ਪੁੰਨ ਦਾਨ ਬੜੇ ਕੀਤੇ ਹੈ, ਉਹਨਾਂ ਦੇ ਗੁਣਾਂ ਦੇ ਬਹੁ ਲਾ ਲਏ। ਇਹਨਾਂ ਕੋਈ ਦਾਨ ਨਾ ਪੁੰਨ ਕੀਤਾ ਹੀ ਨਹੀਂ। ਉਹ ਜਮਾ ਦੇ ਕਾਬੂ ਹੈ। ਨਿਸ਼ਕਾਮ ਕਰਮ ਕੀ ਕਰੂਗਾ? ਕਹਿੰਦੇ ਹੁਣ ਤਾਂ ਬੀਜੇ ਹੋਏ ਧਾਨ ਪਹਿਲੇ ਤਾਂ ਜੰਮਣਾ ਹੀ ਨਹੀਂ। ਟਰਾਲੀਆਂ ਘਰ ਕਿਵੇਂ ਭਰ ਕੇ ਆ ਜਾਣਗੀਆਂ। ਲਿਖਿਆ ਧੁਰ ਸੰਜੋਗ। ਤੁਰ ਤੋਂ ਹੀ ਸੰਜੋਗ ਲਿਖਿਆ ਹੈ। ਮੌਤ ਦਾ ਉਹ ਆ ਜਾਂਦਾ ਦਿਨ, ਦਿਨ ਤੇ ਰਾਤ, ਰਾਤ ਤੇ ਘੜੀਆਂ। ਵਡਭਾਗੀ ਮੇਰਾ ਪ੍ਰਭ ਮਿਲੈ। ਨਿਸ਼ਕਾਮੀਆਂ ਨੂੰ ਸੰਗਤ ਮਿਲਦੀ ਹੈ। ਸੰਗਤ ਵਿੱਚ ਗੁਰੂ ਮਿਲਦੇ ਹੈ। ਗੁਰਾਂ ਦੁਆਰਾ ਪਰਮਾਤਮਾ ਮਿਲਦਾ ਹੈ। ਉਤਰੈ ਹੈ ਸਭ ਵਿਯੋਗ। ਜਿਹੜੇ ਜਨਮਾਂ ਜਨਮ ਦੇ ਵਿਛੋੜੇ ਬਹੁਤ ਦੇਰ ਦੇ ਮਿਲ ਕਰਕੇ ਸਾਰੇ ਵਿਛੋੜੇ ਚੁੱਕੇ ਜਾਂਦੇ ਹਨ। ਨਾਨਕ ਕਉ ਪ੍ਰਭ ਰਾਖ ਲੇਹ। ਇਹ ਮਹਾਰਾਜ ਅਰਦਾਸ ਬੇਨਤੀ ਕਰੀਏ ਨਿਮਰਤਾ ਸੰਤੋਖ ਹੋ ਕੇ। ਤਰਾਏ ਤਰਾਏ ਬੌੜੀ ਰੱਖ ਲੋ, ਰੱਖ ਲੋ, ਰੱਖਿਆ ਕਰੋ। ਮੇਰੇ ਸਾਹਿਬ ਬੰਦੀ ਮੋਚ। ਮਾਂ ਦੇ ਬੰਦੀ ਖਾਨੇ ਤੋਂ ਛਡਾਇਆ ਹੈ। ਪੁੱਠੇ ਲੰਕਦਿਆਂ ਨੂੰ ਮਾਇਆ ਦੇ ਮੋਹ ਤੋਂ ਛਡਾਇਆ ਹੈ। ਇਸ ਤਰ੍ਹਾਂ ਮਹਾਰਾਜ ਜਨਮ ਮਰਨ ਤੋਂ ਸੁਤੰਤਰ ਕਰੋ, ਮਿਹਰ ਕਰੋ। ਸਮਾਂ ਸੋਨੇ ਤੇ ਕਤਕ ਹੋਵੈ ਸਾਧ ਸੰਗ। ਜੇ ਕਤਕ ਚੰਗੇ ਪੁਰਖਾਂ ਦੀ ਸੰਗਤ ਹੋ ਜਾਵੇ, ਬਿਨ ਸਹਿ ਸਭੇ ਸੋਚ। ਚੰਗੇ ਵਿਅਕਤੀਆਂ ਦੀ ਸਾਰੀ ਸੋਚਾਂ ਲੈ ਜਾਂਦੀਆਂ। ਨਿਮਰਤਾ ਸਮੇਤ ਬੇਨਤੀ ਕਰੀਏ। ਜਿਸ ਸੰਗਤ ਵਿੱਚ ਬੜਾ ਕੁਝ ਬਹੁਤ ਚੰਗਾ ਕੁਝ ਮਿਲਦਾ ਹੈ। ਚੰਗੇ ਗੁਣ, ਪ੍ਰੇਮਾ ਭਗਤੀ, ਸੇਵਾ ਭਾਵ ਬਹੁਤ ਕੁਝ ਮਿਲਦਾ ਹੈ। ਸਾਨੂੰ ਮਹਾਰਾਜ ਸੰਗਤ ਬਖਸ਼ੋ, ਸੰਗਤ ਬਖਸ਼ ਕੇ ਕਿਰਪਾ